ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਫਿਟ ਐਂਡ ਫਾਈਨ ਹੋਵੋਗੇ। ਤਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੀ ਡੇਲੀ ਕਲਾਸ ਆ ਜਿਹੜੀ ਰਾਤ ਨੂੰ 9 ਵਜੇ ਆਉਂਦੀ ਹੈ। ਇਹਦੇ ਵਿੱਚ ਅੱਜ ਮੈਂ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਟੌਪਿਕ ਲੈ ਕੇ ਆਇਆ। ਦੇਖੋ ਜੀ, ਮੋਸਟ ਇੰਪੋਰਟੈਂਟ ਟੌਪਿਕ ਆ ਅੱਜ ਦਾ ਆਪਣਾ ਨੈਸ਼ਨਲ ਸਿੰਬਲ। ਜਿੰਨੇ ਵੀ ਇੰਪੋਰਟੈਂਟ ਨੈਸ਼ਨਲ ਸਿੰਬਲ ਆ ਜਿਹੜੇ ਆਪਣੇ ਫੁੱਲ ਪੂਰੇ ਇੰਡੀਆ ਦੇ, ਜਾਂ ਨੈਸ਼ਨਲ ਸੌਂਗ ਆ, ਨੈਸ਼ਨਲ ਕੋਈ ਵੀ ਨੈਸ਼ਨਲ ਜਿਹੜੇ ਵਰਡ ਆ ਰਿਲੇਟ ਕਰਦੇ ਆ, ਸਾਰੀ ਕੰਪਲੀਟ ਜੀਕੇ ਆ ਉਹ ਆਪਾਂ ਇਸ ਸੈਸ਼ਨ ਦੇ ਵਿੱਚ ਦੇਖਾਂਗੇ। ਠੀਕ ਹੈ ਜੀ। ਨੈਸ਼ਨਲ ਸਿੰਬਲ ਜੀਕੇ। ਜੇਕਰ ਧਿਆਨ ਰੱਖਿਓ, ਇੰਪੋਰਟੈਂਟ ਗੱਲ ਕਰ ਲੈਣਾ ਜਿਨ੍ਹਾਂ ਬੱਚਿਆਂ ਨੇ ਜਿਹੜੇ ਫਰੀਦਕੋਟ ਦੇ ਆਸ-ਪਾਸ ਦੇ ਏਰੀਏ ਨੇ, ਜਿਹੜੇ ਆਸ-ਪਾਸ ਆ ਫਰੀਦਕੋਟ ਦੇ, ਉਹਨਾਂ ਵਾਸਤੇ ਆਹ ਨੰਬਰ ਆ ਜੀ 7355991300। ਇਸ ਬੱਚੇ ਸਾਰੇ ਬੱਚੇ ਆ ਜਿਹੜੇ ਫਰੀਦਕੋਟ ਦੇ ਆਸ-ਪਾਸ ਦੇ ਜਿਨ੍ਹਾਂ ਨੇ ਆਫਲਾਈਨ ਦੇ ਵਿੱਚ ਤਿਆਰੀ ਕਰਨੀ ਆ, ਤਾਂ ਧਿਆਨ ਰੱਖਿਓ ਉਹ ਇਸ ਨੰਬਰ ਤੇ ਕੀ ਆ ਕੰਟੈਕਟ ਕਰ ਸਕਦੇ ਆ। ਫਰੀਦਕੋਟ ਦੇ ਵਿੱਚ ਗਿਲਜ਼ ਮੈਂਟੋਰ ਫਰੀਦਕੋਟ ਆ ਜਿਹੜਾ ਇਹ ਆਫਲਾਈਨ ਬੈਚਿੰਗ ਜਿਹੜੀ ਅਸੀਂ ਤਿਆਰੀ ਕਰਵਾਉਂਦੇ ਆ। ਤਾਂ ਸਾਰੇ ਬੱਚਿਆਂ ਨੇ ਵੱਧ ਤੋਂ ਵੱਧ ਇਸ ਸੈਸ਼ਨ ਦੇ ਨਾਲ ਜੁੜਨਾ ਤੇ ਇੰਪੋਰਟੈਂਟ ਜਿਹੜੀਆਂ ਆਪਾਂ ਵਾਰਤਾਲਾਪ ਉਹ ਕਰਦੇ ਰਿਹਾ ਕਰਾਂਗੇ। ਠੀਕ ਹੈ, ਚੱਲਦੇ ਆ ਆਪਾਂ ਅੱਜ ਦੇ ਪਹਿਲੇ ਕੁਐਸਚਨ ਤੇ ਜੀ। ਪਹਿਲਾ ਕੁਐਸਚਨ ਪੜੋ ਕੀ ਕਹਿ ਰਿਹਾ। ਕਹਿੰਦੇ ਜੀ ਭਾਰਤ ਦਾ ਜਿਹੜਾ ਰਾਸ਼ਟਰੀ ਚਿੰਨ੍ਹ ਹੈ ਇਹ ਕਿਸ ਦਿਨ ਅਪਣਾਇਆ ਗਿਆ ਸੀ। ਤਾਂ ਧਿਆਨ ਰੱਖਣਾ ਸਾਰਿਆਂ ਨੂੰ, ਪਹਿਲਾਂ ਜਿਹੜਾ ਨੈਸ਼ਨਲ ਐਂਬਲਮ ਜਿਹਨੂੰ ਰਾਸ਼ਟਰੀ ਚਿੰਨ੍ਹ ਬੋਲਦੇ ਆ, ਇਹ ਰਾਸ਼ਟਰੀ ਚਿੰਨ੍ਹ ਕਿਹੜਾ ਜੀ ਆਪਣਾ, ਤਾਂ ਇਹ ਧਿਆਨ ਰੱਖਿਓ ਨੈਸ਼ਨਲ ਐਂਬਲਮ ਆ ਜੀ ਜਿਹਦੇ ਉੱਪਰ ਆ 3 ਸ਼ੇਰ ਬਣੇ ਹੋਏ ਆ। ਠੀਕ ਹੈ, ਇਹ ਆਪਣਾ ਕੀ ਆ, ਨੈਸ਼ਨਲ ਐਂਬਲਮ ਆ। ਜਿਹੜਾ ਨੈਸ਼ਨਲ ਐਂਬਲਮ ਆ ਇਹਨੂੰ ਆਪਾਂ ਅਪਣਾਇਆ ਕਿ ਤੁਸੀਂ ਧਿਆਨ ਰੱਖਿਓ ਮੋਸਟ ਇੰਪੋਰਟੈਂਟ, ਇਹਨੂੰ ਆਪਾਂ ਅਪਣਾਇਆ 26 ਜਨਵਰੀ 1950 ਨੂੰ। 26 ਜਨਵਰੀ 1950 ਨੂੰ। ਦੇਖੋ ਜੀ, ਜਿਹੜੇ ਨੈਸ਼ਨਲ ਐਂਬਲਮ ਦੀ ਗੱਲ ਕਰਦੇ ਆ, ਨੈਸ਼ਨਲ ਐਂਬਲਮ ਆ ਜਿਹੜਾ ਇਹਦੇ ਉੱਪਰ ਦੇਖੋ 3 ਸ਼ੇਰ ਆ, 1 2 3, 3 ਸ਼ੇਰ ਤਾਂ ਤੁਹਾਨੂੰ ਦਿਖ ਰਹੇ ਆ, ਇੱਕ ਸ਼ੇਰ ਇਹਦੇ ਮਗਰਲੇ ਪਾਸੇ ਆ। ਕੁੱਲ ਇਹਦੇ ਉੱਪਰ ਕਿੰਨੇ ਸ਼ੇਰ ਆ, 4 ਸ਼ੇਰ ਆ, 4 ਲਾਇਨਸ ਆ। ਇਹ ਇੰਪੋਰਟੈਂਟ ਧਿਆਨ। ਦੂਜੀ ਗੱਲ ਕਰਦੇ ਆ, ਇਹ ਜਿਹੜਾ ਨੈਸ਼ਨਲ ਐਂਬਲਮ ਆ ਇਹਨੂੰ ਅਸ਼ੋਕਾ ਦੇ ਸਾਰਨਾਥ ਪਿਲਰ ਤੋਂ ਲਿਆ ਗਿਆ। ਅਸ਼ੋਕਾ ਦੇ ਸਾਰਨਾਥ ਪਿਲਰ ਤੋਂ ਲਿਆ ਗਿਆ। ਇਹ ਇੰਪੋਰਟੈਂਟ ਪੁਆਇੰਟ ਤੁਸੀਂ ਧਿਆਨ ਰੱਖਣਾ। ਅਸ਼ੋਕਾ ਦਾ ਜਿਹੜਾ ਸਾਰਨਾਥ ਪਿਲਰ ਕਿੱਥੇ ਆ ਜੀ, ਉੱਤਰ ਪ੍ਰਦੇਸ਼, ਜਿਹਨੂੰ ਆਪਾਂ ਅੱਜ ਕੱਲ੍ਹ ਵਾਰਾਣਸੀ ਬੋਲਦੇ ਆ, ਉੱਥੋਂ ਲਿਆ ਗਿਆ। ਮੋਸਟ ਇੰਪੋਰਟੈਂਟ। ਨੈਕਸਟ, ਇਹਦੇ ਨੀਚੇ ਜਿਹੜਾ ਵਰਡ ਲਿਖਿਆ ਹੋਇਆ ਸਤਮੇ ਜੈਤੇ, ਦੇਖੋ ਇਹਦੇ ਨੀਚੇ ਸਤਮੇ ਜੈਤੇ ਜਿਹੜਾ ਵਰਡ ਲਿਖਿਆ ਹੋਇਆ, ਇਹ ਜਿਹੜਾ ਵਰਡ ਆ ਇਹ ਕੀ ਆ ਜੀ, ਇਹ ਮੰਡੂਕਾ ਉਪਨਿਸ਼ਦ ਦੇ ਵਿੱਚੋਂ ਲਿਆ ਗਿਆ। ਇਹ ਧਿਆਨ ਰੱਖਣਾ, ਮੰਡੂਕਾ ਉਪਨਿਸ਼ਦ ਦੇ ਵਿੱਚੋਂ ਲਿਆ ਗਿਆ। ਇਹ ਮੋਸਟ ਇੰਪੋਰਟੈਂਟ ਪੁਆਇੰਟ ਹੈ, ਤੇ ਜੋ ਕਿ ਇਹ ਪਾਲੀ ਲੈਂਗੁਏਜ ਵਰਡ ਹੈ। ਠੀਕ ਹੈ, ਪਾਲੀ ਭਾਸ਼ਾ ਦਾ ਇਹ ਵਰਡ ਆ। ਇਹ ਵੀ ਇੰਪੋਰਟੈਂਟ ਤੁਸੀਂ ਧਿਆਨ ਰੱਖਣਾ। ਤੇ ਜਿਹੜਾ ਇਹ ਸ਼ਬਦ ਲਿਖਿਆ ਕਿਹੜੀ ਲੈਂਗੁਏਜ ਚ ਗਿਆ, ਇਹ ਵੀ ਤੁਸੀਂ ਧਿਆਨ ਰੱਖਣਾ, ਦੇਵਨਾਗਰੀ। ਦੇਵਨਾਗਰੀ ਹੈ ਜਿਹੜੀ ਲਿਪੀ, ਉਹਦੇ ਵਿੱਚ ਕੀ ਆ, ਇਹ ਸ਼ਬਦ ਲਿਖਿਆ ਗਿਆ। ਇਹ ਸਾਰੇ ਇੰਪੋਰਟੈਂਟ ਪੁਆਇੰਟ ਨੈਸ਼ਨਲ ਐਂਬਲਮ ਦੇ ਆ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ। ਤੇ ਦੂਜੀ ਗੱਲਾਂ ਹੋਰ ਇੰਪੋਰਟੈਂਟ ਚੱਲਦੀਆਂ, ਆ ਦੇਖੋ ਧਿਆਨ ਨਾਲ। ਕਹਿੰਦੇ ਜੀ ਨੈਸ਼ਨਲ ਐਂਬਲਮ ਆ ਜਿਹੜੇ ਇਹ ਇੰਸਪਾਇਰਡ ਕਿੱਥੋਂ ਕੀਤਾ ਗਿਆ, ਲੋਇਨ ਕੈਪੀਟਲ ਆਫ ਅਸ਼ੋਕਾ। ਅਸ਼ੋਕਾ ਜਿਹੜੀ ਕੈਪੀਟਲ ਸੀ ਉਹਦੇ ਤੋਂ ਲਿਆ ਗਿਆ, ਜੋ ਕਿ ਸਥਿਤ ਕਿੱਥੇ ਆ, 250 BC ਦੇ ਵਿੱਚ ਬਣਾਈ ਗਈ ਸੀਗੀ। ਠੀਕ ਹੈ, ਸਾਰਨਾਥ ਉੱਤਰ ਪ੍ਰਦੇਸ਼। ਟੋਟਲ ਐਨੀਮਲ ਦੀ ਗੱਲ ਕਰੀਏ, ਇਹਦੇ ਵਿੱਚ ਕਿੰਨੇ ਐਨੀਮਲਸ ਆ, ਟੋਟਲ ਜਾਨਵਰਾਂ ਦੀ ਗੱਲ ਕਰੀਏ ਤਾਂ ਧਿਆਨ ਰੱਖਿਓ ਇਹਦੇ ਵਿੱਚ ਜਿਹੜੇ ਜਾਨਵਰ ਆ 4 ਲੋਇਨ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ, ਪਲੱਸ ਇਹਦੇ ਵਿੱਚ ਐਲੀਫੈਂਟ ਵੀ ਆ, ਬੁੱਲ ਵੀ ਆ ਤੇ ਹਾਰਸ ਵੀ ਆ। ਧਿਆਨ ਰੱਖਿਓ ਆ ਹਾਰਸ ਆ ਜੀ, ਆ ਬੁੱਲ ਆ, ਤੇ ਇੱਥੇ ਕੀ ਆ, ਐਲੀਫੈਂਟ ਆ। ਇਹ ਧਿਆਨ ਰੱਖਣੇ ਆ, ਐਲੀਫੈਂਟ, ਬੁੱਲ ਤੇ ਹਾਰਸ ਪਲੱਸ 4 ਲੋਇਨ, ਟੋਟਲ 7 ਐਨੀਮਲ ਆ ਜਿਹੜੇ ਉਹ ਇਹਦੇ ਵਿੱਚ ਆ। ਠੀਕ ਹੈ ਜੀ, ਧਿਆਨ ਰੱਖਣਾ ਟੋਟਲ ਕਿੰਨੇ ਐਨੀਮਲ ਆ, 7 ਐਨੀਮਲ ਆ। ਠੀਕ ਹੈ ਜੀ, ਇਹ ਧਿਆਨ ਰੱਖਣਾ। ਤੇ ਜੇਕਰ ਲੋਇਨ ਪੁੱਛ ਲਏ ਲੋਇਨ ਕਿੰਨੇ ਆ, ਤਾਂ ਲੋਇਨ 4 ਆ। ਨੋਟ ਕਰਕੇ ਰੱਖਿਓ ਇਹਨਾਂ ਨੂੰ। ਠੀਕ ਹੈ, ਅੱਗੇ ਨੈਸ਼ਨਲ ਐਂਬਲਮ ਲਿਆ ਕਿੱਥੋਂ ਗਿਆ, ਅਸ਼ੋਕਾ ਦੀ ਕੈਪੀਟਲ ਆ ਜਿਹੜੀ ਸਾਰਨਾਥ, ਉਹਦੇ ਤੋਂ ਲਿਆ ਗਿਆ। ਹੋਰ ਮੋਸਟ ਇੰਪੋਰਟੈਂਟ ਗੱਲਾਂ ਕਰਦੇ ਆ ਜਾਓ। ਦੇਖੋ ਨੈਸ਼ਨਲ ਰਿਵਰ ਆ ਜਿਹੜੀ, ਇਹ ਨੈਸ਼ਨਲ ਰਿਵਰ ਜਿਹੜੀ ਡਿਕਲੇਅਰ ਕੀਤੀ ਗਈ ਆ, ਇਹ ਨੈਸ਼ਨਲ ਰਿਵਰ ਕਹਿੰਦੇ ਜੀ ਗੰਗਾ ਨੂੰ। ਠੀਕ ਹੈ, ਗੰਗਾ ਨਦੀ ਆ ਜਿਹੜੀ ਇਹ ਗਊਮੁਖ ਗਲੇਸ਼ੀਅਰ ਜਿਹੜਾ ਦੇਵ ਪ੍ਰਯਾਗ ਦੇ ਵਿੱਚੋਂ ਕੀ ਆ, ਓਰੀਜਨੇਟ ਹੁੰਦੀ ਆ। ਠੀਕ ਹੈ ਜੀ, ਦੇਵ ਪ੍ਰਯਾਗ। ਇਹਨੂੰ ਜਿਹੜੀ ਆ ਮੋਸਟ ਇੰਪੋਰਟੈਂਟ, ਇਹਨੂੰ ਕਿਸ ਸਾਲ ਜਿਹੜੀ ਨੈਸ਼ਨਲ ਰਿਵਰ ਡਿਕਲੇਅਰ ਕੀਤਾ ਗਿਆ, 2008 ਦੇ ਵਿੱਚ। ਤੇ ਨੈਕਸਟ ਇੰਪੋਰਟੈਂਟ ਪ੍ਰਸ਼ਨ ਦੀ ਗੱਲ ਕਰ ਲੈਂਦੇ ਆ, ਜਿਹੜੀ ਗੰਗਾ ਰਿਵਰ ਆ, ਇਹਨੂੰ 2017 ਦੇ ਵਿੱਚ ਇੱਕ ਲਿਵਿੰਗ ਐਂਟੀਟੀ ਦਾ ਦਰਜਾ ਦਿੱਤਾ ਗਿਆ। ਲਿਵਿੰਗ ਐਂਟੀਟੀ ਦਾ ਮਤਲਬ ਇਹ ਹੁੰਦਾ ਹੈ ਵੀ ਅਗਰ ਕੋਈ ਗੰਗਾ, ਜਿਹੜੀ ਮਾਤਾ ਗੰਗਾ, ਉਹਦੇ ਵਿੱਚ ਕੂੜਾ ਕਰਕਟ ਸੁੱਟਦਾ ਜਾਂ ਕੋਈ ਹੋਰ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਉਹਨੂੰ ਉਹਦੇ ਬੰਦੇ ਦੇ ਖਿਲਾਫ ਕੇਸ ਵੀ ਕੀਤਾ ਜਾ ਸਕਦਾ। ਇਹ ਲਿਵਿੰਗ ਐਂਟੀਟੀ ਦਾ ਦਰਜਾ ਦਿੱਤਾ ਗਿਆ। ਨੈਕਸਟ ਗੱਲ ਕਰਦੇ ਹਾਂ ਨੈਸ਼ਨਲ ਐਕੁਆਟਿਕ ਐਨੀਮਲ। ਐਕੁਆਟਿਕ ਐਨੀਮਲ ਦਾ ਮਤਲਬ ਹੁੰਦਾ ਹੈ ਵੀ ਪਾਣੀ ਵਾਲਾ ਐਨੀਮਲ। ਦੇਖੋ ਇਹ ਹੈਗਾ ਜੀ ਆਪਣਾ ਗੰਗਾ ਰਿਵਰ ਡਾਲਫਿਨ। ਗੰਗਾ ਰਿਵਰ ਦੇ ਵਿੱਚ ਜਿਹੜੀ ਡਾਲਫਿਨ ਪਾਈ ਜਾਂਦੀ ਆ ਉਹਨੂੰ ਗੰਗੈਟਿਕ ਡਾਲਫਿਨ ਬੋਲਦੇ ਆ। ਇਹ ਡਿਕਲੇਅਰ ਕੀਤੀ ਗਈ ਸੀ 2009 ਦੇ ਵਿੱਚ। ਨੈਸ਼ਨਲ ਫਰੂਟ ਦੀ ਗੱਲ ਕਰਦੇ ਆ, ਫਰੂਟ ਆ ਜਿਹੜਾ ਮੈਂਗੋ। ਮੈਂਗੋ ਜਿਹਨੂੰ ਬੋਲਿਆ ਜਾਂਦਾ ਫਲਾਂ ਦਾ ਰਾਜਾ। ਠੀਕ ਹੈ, ਮੈਂਗੋ ਫਲਾਂ ਦਾ ਰਾਜਾ। ਇਹ ਧਿਆਨ ਰੱਖਿਓ
ਉਸ ਤੋਂ ਬਾਅਦ ਇਹਦਾ ਜਿਹੜਾ ਸਾਇੰਟਿਫਿਕ ਨੇਮ ਆ ਇਹ ਯਾਦ ਰੱਖਣਾ, ਮੈਂਗੀਫੇਰਾ ਇੰਡੀਕਾ। ਧਿਆਨ ਰੱਖਿਓ, ਮੈਂਗੀਫੇਰਾ ਇੰਡੀਕਾ ਸਾਇੰਟਿਫਿਕ ਨੇਮ ਆ। ਇੰਡੀਕਾ ਤੋਂ ਕੁਝ ਯਾਦ ਆ ਰਿਹਾ, ਇੱਕ ਬੁੱਕ ਲਿਖੀ ਗਈ ਸੀ ਮੈਗਸਥਨੀਜ਼ ਦੁਆਰਾ। ਮੈਗਸਥਨੀਜ਼ ਦੁਆਰਾ ਇੱਕ ਬੁੱਕ ਲਿਖੀ ਗਈ ਸੀ ਜਿਹਦਾ ਨਾਮ ਸੀ ਇੰਡੀਕਾ ਰਿਪਬਲਿਕ। ਠੀਕ ਹੈ, ਇਹ ਚੰਦਰਗੁਪਤ ਮੌਰਿਆ ਦੇ ਦਰਬਾਰ ਦੇ ਵਿੱਚ ਇੱਕ ਦਰਬਾਰੀ ਆਇਆ ਸੀ, ਇਸ ਪਰਸਨ ਦਾ ਨਾਮ ਸੀ ਮੈਗਸਥਨੀਜ਼। ਇਹ ਇੰਪੋਰਟੈਂਟ ਪੁਆਇੰਟ ਯਾਦ ਰੱਖਿਓ। ਤੇ ਧਿਆਨ ਰੱਖਿਓ, ਕਮਲ ਦਾ ਫੁੱਲ ਫਲਾਵਰ ਆ ਜਿਹੜਾ ਇਹ ਕੀ ਆ, ਲੋਟਸ। ਕਮਲ ਦਾ ਫੁੱਲ ਕਹਿੰਦੇ ਜੀ ਚਿੱਕੜ ਦੇ ਵਿੱਚ ਖਿਲਦਾ। ਠੀਕ ਹੈ, ਉਸੇ ਤਰੀਕੇ ਨਾਲ ਕਹਿੰਦੇ ਜੀ ਇਹਦਾ ਸਾਇੰਟਿਫਿਕ ਨੇਮ ਆ ਨਲੰਬੋ ਨਿਊਕੀਫੇਰਾ। ਤੇ ਧਿਆਨ ਰੱਖਣਾ, ਨਲੰਬੋ ਨਿਊਕੀਫੇਰਾ ਸਾਇੰਟਿਫਿਕ ਨੇਮ ਆ ਕਿੰਦਾ, ਕਮਲ ਦਾ। ਇਹ ਧਿਆਨ ਰੱਖਣਾ, ਕਮਲ ਦੇ ਫੁੱਲ ਦਾ ਸਾਇੰਟਿਫਿਕ ਨੇਮ ਹੈ। ਠੀਕ ਹੈ ਜੀ, ਨੈਕਸਟ ਗੱਲ ਕਰਦੇ ਹਾਂ ਜੀ, ਕਹਿੰਦੇ ਫਲਾਂ ਦਾ ਰਾਜਾ ਦੱਸੋ। ਫਲਾਂ ਦਾ ਰਾਜਾ ਧਿਆਨ ਰੱਖਣਾ, ਫਲਾਂ ਦਾ ਰਾਜਾ ਕਿਹੜਾ, ਸੌਰੀ ਪੰਛੀਆਂ ਦਾ ਰਾਜਾ। ਪੰਛੀਆਂ ਦਾ ਰਾਜਾ ਕਿਹੜਾ ਜੀ, ਪੀਕੌਕ, ਮੋਰ। ਯਾਨੀ ਕਿ ਨੈਸ਼ਨਲ ਬਰਡ ਕਿਹੜਾ ਜੀ ਆਪਣਾ, ਮੋਰ। ਇਹਨੂੰ ਬੋਲਦੇ ਆ ਪਾਵੋ ਸਾਈਟਰਸ। ਤੇ ਧਿਆਨ ਰੱਖਿਓ, ਪਾਵੋ ਸਰਾਈਟਰਸ ਬੋਲਦੇ ਆ ਜੀ। ਇਹਦਾ ਜਿਹੜਾ ਇਹਦੀ ਡੈਕਲੇਰੇਸ਼ਨ ਕੀਤੀ ਗਈ ਸੀ 1963 ਦੇ ਵਿੱਚ, 1963 ਦੇ ਵਿੱਚ। ਆ ਜੀ ਧਿਆਨ ਰੱਖਿਓ, ਮੋਸਟ ਇੰਪੋਰਟੈਂਟ ਕਮਲ ਦੀ ਫੁੱਲ। ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਆ, ਜਿਹੜਾ ਮੋਸਟ ਇੰਪੋਰਟੈਂਟ ਆ ਜੀ ਆਪਣਾ ਜਿਹੜਾ ਟਰੀ ਪੁੱਛ ਲੈਂਦੇ ਆ ਵੀ ਜਿਹੜਾ ਦੇਸ਼ ਦਾ ਨੈਸ਼ਨਲ ਟਰੀ ਕਿਹੜਾ। ਧਿਆਨ ਰੱਖਿਓ, ਦੇਸ਼ ਦਾ ਜਿਹੜਾ ਨੈਸ਼ਨਲ ਟਰੀ ਆ ਉਹਨੂੰ ਕੀ ਬੋਲਿਆ ਜਾਂਦਾ, ਬਨੇ ਦਾ ਦਰਖਤ ਆ। ਜੇ ਪੁੱਛ ਲੈ ਕਿ ਪੰਜਾਬ ਦਾ ਨੈਸ਼ਨਲ ਟਰੀ ਕਿਹੜਾ, ਤਾਂ ਇਹ ਧਿਆਨ ਰੱਖਿਓ ਟਾਲੀ ਬੋਲਦੇ ਆ ਜੀ ਇਹਨੂੰ, ਟਾਲੀ। ਇੰਗਲਿਸ਼ ਦੇ ਵਿੱਚ ਸ਼ੀਸ਼ਮ। ਆ ਸਾਰੇ ਇੰਪੋਰਟੈਂਟ ਪੁਆਇੰਟ ਨੇ, ਨੋਟ ਕਰਕੇ ਰੱਖਿਆ ਕਰੋ। ਠੀਕ ਹੈ ਜੀ, ਚਲੋ ਨੈਕਸਟ ਇੰਪੋਰਟੈਂਟ ਕੁਐਸਚਨ ਤੇ ਦੇਖੋ। ਨੈਕਸਟ ਕਹਿੰਦੇ ਜੀ ਜਿਹੜਾ ਆਪਾਂ ਕੈਲੰਡਰ ਦੀ ਗੱਲ ਕਰਦੇ ਆ, ਦੇਸ਼ ਦਾ ਜਿਹੜਾ ਨੈਸ਼ਨਲ ਕੈਲੰਡਰ ਆ ਇਹ ਕਿਹੜਾ ਆਪਣਾ, ਸਾਕਾ ਐਰਾ। ਜਿਹੜਾ ਸਾਕਾ ਐਰਾ ਕਿਹਨੂੰ ਬੋਲਦੇ ਆ ਜੀ, ਸਾਕ ਸੰਵਤ। ਕੀ ਬੋਲਦੇ ਆ ਜੀ, ਸਾਕ ਸੰਵਤ। ਜਿਹੜਾ ਸਾਕ ਸੰਵਤ ਆ ਇਹਨੂੰ ਸ਼ੁਰੂ ਕਿੰਨੇ ਦੁਆਰਾ ਕੀਤਾ ਗਿਆ ਸੀ, ਕਨਿਸ਼ਕ ਦੁਆਰਾ। ਕਨਿਸ਼ਕ ਨੇ ਇਹਨੂੰ ਜਾਰੀ ਕੀਤਾ ਸੀ 78 AD ਵਿੱਚ। ਹੁਣ ਕਨਿਸ਼ਕ ਕੌਣ ਸੀ, ਧਿਆਨ ਰੱਖਿਓ, ਕਨਿਸ਼ਕ ਰਾਜਾ ਸੀ ਕਸ਼ਮੀਰ ਦਾ। ਕਸ਼ਮੀਰ ਦਾ ਰਾਜਾ ਸੀ, ਕੁੰਡਲਵਨ ਕਸ਼ਮੀਰ ਦਾ। ਧਿਆਨ ਰੱਖਣਾ, ਮੋਸਟ ਇੰਪੋਰਟੈਂਟ, ਇਹਨੇ 4th ਬੁੱਧਿਸਟ ਕਾਉਂਸਲ ਮੀਟਿੰਗ ਵੀ ਕਰਵਾਈ ਸੀ। 4th ਜਿਹੜੀ ਬੁੱਧਿਸਟ ਕਾਉਂਸਲ ਮੀਟਿੰਗ ਆ ਉਹ ਕਨਿਸ਼ਕ ਨੇ ਕਰਵਾਈ ਸੀ, ਇਹ 78 AD ਦੇ ਵਿੱਚ ਵੀ ਕਰਵਾਈ ਸੀ। ਇਹ ਇੰਪੋਰਟੈਂਟ ਪੁਆਇੰਟ ਹੈ। ਜਿਹੜਾ ਆਪਾਂ ਜਿਹੜਾ ਕੈਲੰਡਰ ਆ ਇਹਨੂੰ ਅਡਾਪਟ ਕਦੋਂ ਕੀਤਾ, ਧਿਆਨ ਰੱਖਿਓ, ਕੈਲੰਡਰ ਜਿਹੜਾ ਅਡਾਪਟ ਕੀਤਾ ਆਪਾਂ 22 ਮਾਰਚ 1957 ਨੂੰ। ਜਿਹੜਾ 22 ਮਾਰਚ ਆ ਇਸੇ ਦਿਨ ਇਹ ਇੰਪੋਰਟੈਂਟ ਡੇ ਹੁੰਦਾ, ਵਾਟਰ ਡੇ। ਧਿਆਨ ਰੱਖਣਾ, ਵਾਟਰ ਡੇ ਵੀ ਜਿਹੜਾ 22 ਮਾਰਚ ਨੂੰ ਮਨਾਇਆ ਜਾਂਦਾ। ਠੀਕ ਹੈ, ਤੇ ਇਹਦਾ ਜਿਹੜਾ ਮੁੱਖ ਮਹੀਨਾ ਹੁੰਦਾ ਇਹ ਕੀ ਹੁੰਦਾ, ਚੇਤ। ਚੇਤ ਤੋਂ ਸ਼ੁਰੂਆਤ ਹੁੰਦੀ ਹੈ, ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋ, ਅੱਸੂ, ਕੱਤਕ, ਪੋਹ, ਮਾਘ, ਮੱਘਰ ਤੇ ਫੱਗਣ। ਇਹ ਜਿਹੜੇ 12 ਮਹੀਨੇ ਦੇਸੀ ਮਹੀਨੇ ਇਹ ਵੀ ਤੁਸੀਂ ਯਾਦ ਰੱਖਣੇ ਆ। ਠੀਕ ਹੈ, ਤਾਂ ਧਿਆਨ ਰੱਖਣੇ ਆ, ਚੇਤ ਤੋਂ ਇਹਦੀ ਸ਼ੁਰੂਆਤ ਹੁੰਦੀ ਆ। ਹਿੰਦੂ ਕੈਲੰਡਰ ਦੀ ਗੱਲ ਕਰੀਏ, ਦੇਖੋ ਹਿੰਦੂ ਕੈਲੰਡਰ ਆ ਜਿਹੜਾ ਇਹ ਵਿਕਰਮ ਸੰਵਤ ਦੀ ਸ਼ੁਰੂਆਤ ਕੀਤੀ ਜਾਂਦੀ ਆ। ਇਹ ਜਿਹੜਾ ਇਹ 57 BC ਦੇ ਵਿੱਚ ਕੀ ਹੋਈ ਸੀ, ਇਹਦੀ ਸ਼ੁਰੂਆਤ ਹੋਈ ਸੀ। ਇਹ ਪੁਆਇੰਟ ਤੁਸੀਂ ਧਿਆਨ ਰੱਖਣਾ। ਠੀਕ ਹੈ, ਬਟ ਇਹਨੂੰ ਆਪਾਂ ਜਿਹੜੀ ਆਪਣੀ ਗਵਰਨਮੈਂਟ ਆਫ ਇੰਡੀਆ ਡਿਕਲੇਅਰ ਕਿਹਨੂੰ ਕਰਦੀ ਹੈ ਜੀ, ਜਿਹੜਾ ਆਪਣਾ ਸਾਕ ਸੰਵਤ ਆ ਨਾ, ਸਾਕਾ ਐਰਾ, ਇਸੇ ਨੂੰ ਹੀ ਆਪਣਾ ਆਫੀਸ਼ੀਅਲ ਕੈਲੰਡਰ ਆ ਜਿਹੜਾ ਉਹ ਡਿਕਲੇਅਰ ਕੀਤਾ ਹੋਇਆ। ਇਹ ਤੁਸੀਂ ਧਿਆਨ ਰੱਖਣਾ। ਜੇ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਵਿੱਚ ਜੀ ਨਾਨਕ ਸ਼ਾਹੀ ਕੈਲੰਡਰ ਚੱਲਦਾ। ਠੀਕ ਹੈ ਜੀ, ਨਾਨਕ ਸ਼ਾਹੀ ਕੈਲੰਡਰ ਆ ਜਿਹੜਾ ਇਹ ਪੰਜਾਬ ਦੇ ਵਿੱਚ ਚੱਲਦਾ, ਇਹ ਤੁਸੀਂ ਧਿਆਨ ਰੱਖਣਾ। ਨੈਕਸਟ ਗੱਲ ਕਰਦੇ ਆ ਨੈਸ਼ਨਲ ਵੈਜੀਟੇਬਲ ਸਬਜ਼ੀ ਦੀ ਗੱਲ ਕਰ ਲਿਆ। ਸਬਜ਼ੀ ਉਹ ਜਿਹੜੀ ਕਿ ਪੰਜਾਬ ਦੇ ਵਿੱਚ ਕੀ ਇੰਨੀ ਜ਼ਿਆਦਾ ਹੁੰਦੀ ਹੈ ਤੇ ਇਹਨੂੰ ਖਾਂਦਾ ਕੋਈ ਨਹੀਂ, ਕਿਹੜੀ ਆ, ਪੰਪਕਿਨ। ਕੀ ਬੋਲਦੇ ਆ ਇਹਨੂੰ, ਕੱਦੂ ਬੋਲਦੇ ਆ। ਧਿਆਨ ਰੱਖਿਓ, ਕੱਦੂ ਆ ਜਿਹੜਾ ਆਪਣਾ ਕੀ ਹੈ, ਨੈਸ਼ਨਲ ਵੈਜੀਟੇਬਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਨੈਸ਼ਨਲ ਗੇਮ। ਦੇਖੋ ਨੈਸ਼ਨਲ ਗੇਮ ਵੈਸੇ ਤਾਂ ਆਪਣੀ ਜਿਹੜੀ ਨੈਸ਼ਨਲ ਗੇਮ ਕੋਈ ਵੀ ਹੈ ਨਹੀਂ ਗੀ, ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰਸ ਆ, ਧਿਆਨ ਰੱਖਣਾ, ਮਿਨਿਸਟਰੀ ਆਫ ਹੋਮ ਅਫੇਅਰਸ ਆ, ਇਹਨਾਂ ਨੇ ਡਿਕਲੇਅਰ ਕੀਤਾ ਹੋਇਆ ਕਿ ਇੰਡੀਆ ਦੀ ਅੱਜ ਤੱਕ ਕੋਈ ਵੀ ਨੈਸ਼ਨਲ ਗੇਮ ਨਹੀਂ ਹੈਗੀ, ਬਟ ਫਿਰ ਵੀ ਕੰਸੀਡਰ ਕੀਤਾ ਜਾਂਦਾ ਕਿ ਇਹਨੂੰ, ਹਾਕੀ ਨੂੰ ਨੈਸ਼ਨਲ ਗੇਮ ਜਿਹੜੀ ਕੰਸੀਡਰ ਕੀਤਾ ਜਾਂਦਾ। ਠੀਕ ਹੈ, ਇਹ ਪੁਆਇੰਟ ਤੁਸੀਂ ਧਿਆਨ ਰੱਖਣਾ। ਬਟ ਆਫੀਸ਼ੀਅਲੀ ਜਾਨੀ ਕਿ ਕਹਿ ਦਈਏ ਸਰਕਾਰ ਦੇ ਪੱਖ ਤੋਂ ਆਪਣੀ ਕੋਈ ਵੀ ਜਿਹੜੀ ਹੈ ਨੈਸ਼ਨਲ ਗੇਮ ਉਹ ਨਹੀਂ ਹੈਗੀ। ਇਹ ਸਾਰੇ ਇੰਪੋਰਟੈਂਟ ਪੁਆਇੰਟ ਨੇ, ਤੁਸੀਂ ਧਿਆਨ ਰੱਖਣੇ। ਚਲੋ ਜੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਨੈਕਸਟ ਪ੍ਰਸ਼ਨ ਤੇ ਚੱਲਦੇ, ਕਹਿੰਦੇ ਜੀ ਔਨ ਵਿਚ ਡੇ ਜਿਹੜਾ ਡਿਜ਼ਾਈਨ ਆਫ ਦਾ ਨੈਸ਼ਨਲ ਫਲੈਗ ਆਫ ਇੰਡੀਆ ਵਾਸ ਅਡਾਪਟਡ। ਕਹਿੰਦੇ ਜਿਹੜਾ ਭਾਰਤ ਦਾ ਜਿਹੜਾ ਰਾਸ਼ਟਰੀ ਝੰਡਾ ਜੀ ਇਹਦੇ ਡਿਜ਼ਾਈਨ ਨੂੰ ਆਪਾਂ ਕਿਹੜੇ ਦਿਨ ਅਪਣਾਇਆ ਸੀ, ਤਾਂ ਸਾਰਿਆਂ ਨੇ ਯਾਦ ਰੱਖਣਾ 22 ਜੁਲਾਈ 1947 ਨੂੰ ਜਿਹੜਾ ਆਪਾਂ ਭਾਰਤ ਦਾ ਜਿਹੜਾ ਨੈਸ਼ਨਲ ਫਲੈਗ ਆ ਇਹਨੂੰ ਜਿਹੜਾ ਅਡਾਪਟ ਕੀਤਾ ਸੀ। ਮੋਸਟ ਇੰਪੋਰਟੈਂਟ ਜਿਹੜੇ ਨੈਸ਼ਨਲ ਫਲੈਗ ਨਾਲ ਜਿਹੜੇ ਇੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਦੇਖਦੇ ਆ। ਦੇਖੋ ਜਿਹੜਾ ਨੈਸ਼ਨਲ ਫਲੈਗ ਆ ਇਹਨੂੰ ਪਿੰਗਲੀ ਵੈਨਕਈਆ ਜੀ ਨੇ ਡਿਜ਼ਾਈਨ ਕੀਤਾ ਸੀ। ਠੀਕ ਹੈ, ਪਿੰਗਲੀ ਵੈਨਕਈਆ ਨੇ ਡਿਜ਼ਾਈਨ ਕੀਤਾ ਸੀ। ਇਹ ਕਿੱਥੋਂ ਸੀਗੇ, ਧਿਆਨ ਰੱਖਣਾ, ਇਹ ਸੀਗੇ ਆਂਧਰਾ ਪ੍ਰਦੇਸ਼ ਤੋਂ। ਇਹ ਇੰਪੋਰਟੈਂਟ ਪੁਆਇੰਟ ਆ, ਆਂਧਰਾ ਪ੍ਰਦੇਸ਼ ਤੋਂ। ਦੂਜੀ ਗੱਲ ਕਰਦੇ ਆ, ਜਿਹੜਾ ਨੈਸ਼ਨਲ ਫਲੈਗ ਆ ਇਹਦੀ ਜਿਹੜੀ ਰੇਸ਼ੀਓ ਆ ਇਹ ਹੈਗੀ ਆ ਜੀ 2:3 ਦੀ। 2:3 ਕੀ ਆ, ਜਿਹੜੀ ਆਪਣੀ ਇਹਦੀ ਲੈਂਥ ਬ੍ਰੈਥ ਆ। ਧਿਆਨ ਰੱਖਿਓ, 2 ਆਹ 3 ਆਹ। ਠੀਕ ਹੈ ਜੀ, ਲੈਂਥ ਬ੍ਰੈਥ ਕਿੰਨੀ ਆ, 2:3 ਆ।
ਉਸ ਤੋਂ ਬਾਅਦ ਨੈਸ਼ਨਲ ਜਿਹੜਾ ਫਲੈਗ ਆ ਇਹਦੇ ਵਿੱਚ ਜਿਹੜੀਆਂ 24 ਤੀਲੀਆਂ ਦਿੱਤੀਆਂ ਹੋਈਆਂ ਇਹ ਡਿਫਾਈਨ ਕਰਦੀਆਂ ਜਿਹੜੇ ਆਪਣੇ 24 ਘੰਟੇ ਆ ਉਹਨਾਂ ਨੂੰ 24 ਆਵਰਸ ਨੂੰ ਡਿਫਾਈਨ ਕਰਦੀਆਂ ਠੀਕ ਹੈ। ਜਿਹੜਾ ਨੈਸ਼ਨਲ ਫਲੈਗ ਆ ਇਹਦੀ ਅਡਾਪਟੇਸ਼ਨ ਆਪਾਂ ਇਹਨੂੰ ਪਹਿਲਾਂ 1921 ਵਾਲੇ ਜਿਹੜਾ ਨੈਸ਼ਨਲ ਫਲੈਗ ਦੇਖੋ 1921 ਦੇ ਵਿੱਚ ਜਿਹੜਾ ਝੰਡਾ ਆਪਾਂ ਸਭ ਤੋਂ ਪਹਿਲਾਂ ਡਿਜ਼ਾਈਨ ਕੀਤਾ ਸੀ ਨਾ ਉਹਦੇ ਤੋਂ ਅਡਾਪਟ ਕੀਤਾ ਗਿਆ ਹੈ ਧਿਆਨ ਰੱਖਣਾ ਤਿਰੰਗਾ ਝੰਡਾ 1921 ਦੇ ਵਿੱਚ ਤੇ ਪਹਿਲਾਂ ਜਿੱਥੇ ਅਸ਼ੋਕ ਚੱਕਰ ਹੁੰਦਾ ਅੱਜ ਕੱਲ ਅਸ਼ੋਕ ਚੱਕਰ ਆ ਇੱਥੇ ਹੁੰਦਾ ਸੀ ਚਰਖਾ ਧਿਆਨ ਰੱਖਣਾ ਜਿਹੜਾ ਚਰਖਾ ਇਹ ਪਹਿਲਾਂ ਅਸ਼ੋਕ ਚੱਕਰ ਦੀ ਜਗ੍ਹਾ ਤੇ ਹੁੰਦਾ ਸੀ ਠੀਕ ਹੈ। ਇਹ ਸਾਰੇ ਇੰਪੋਰਟੈਂਟ ਫੈਕਟ ਨੇ ਤੇ ਤੁਸੀਂ ਇਹ ਸਾਰੇ ਇੰਪੋਰਟੈਂਟ ਫੈਕਟ ਜੇ ਪੁਆਇੰਟ ਆ ਇਹ ਤੁਸੀਂ ਨੋਟ ਕਰਦੇ ਹੋਰ ਇੰਪੋਰਟੈਂਟ ਪੁਆਇੰਟ ਤੇ ਚੱਲਦੇ ਆ ਆਓ ਦੇਖੋ ਇੰਪੋਰਟੈਂਟ ਪੁਆਇੰਟ ਦੀ ਗੱਲ ਕਰਦੇ ਆ ਕਹਿੰਦੇ ਜਿਹੜਾ ਆਪਣਾ ਜਿਹੜਾ ਨੈਸ਼ਨਲ ਫਲੈਗ ਆ ਇਹ ਕੀ ਆ ਇਹਦੇ ਵਿੱਚ ਤਿੰਨ ਰੰਗ ਆ ਇੱਕ ਤਾਂ ਜਿਹੜਾ ਡੀਪ ਸੈਫਰਨ ਜਿਹਨੂੰ ਆਪਾਂ ਕੇਸਰੀ ਰੰਗ ਬੋਲ ਦਿੰਦੇ ਆ ਦੂਜਾ ਹੈਗਾ ਜੀ ਵਾਈਟ ਕਲਰ ਜਿਹੜਾ ਵਿਚਕਾਰ ਆ ਤੇ ਇਹਦੇ ਜਿਹੜਾ ਸਭ ਤੋਂ ਮਿਡਲ ਦੇ ਵਿੱਚ ਆ ਵਾਈਟ ਕਲਰ ਤੇ ਡਾਰਕ ਗ੍ਰੀਨ ਆ ਠੀਕ ਹੈ। ਇਹਨਾਂ ਤਿੰਨਾਂ ਜਿਹੜੇ ਰੰਗ ਆ ਇਹਨਾਂ ਦੀ ਵੱਖਰੀ ਡਿਸਕ੍ਰਿਪਸ਼ਨ ਆ ਉਹ ਮੈਂ ਤੁਹਾਨੂੰ ਹੁਣੇ ਦੱਸਦਾ ਕਹਿੰਦੇ ਜੀ ਜਿਹੜਾ ਆਪਣੀ ਨੈਸ਼ਨਲ ਫਲੈਗ ਆ ਇਹਦੀ ਜਿਹੜੀ ਰੇਸ਼ੀਓ ਆ ਲੈਂਥ ਤੇ ਬ੍ਰੈਥ ਦੀ ਗੱਲ ਕਰਦੇ ਆ ਇਹਦੀ ਜਿਹੜੀ ਪਹਿਲਾਂ ਚੌੜਾਈ ਹੁੰਦੀ ਹੈ ਫਿਰ ਲੰਬਾਈ ਹੁੰਦੀ ਹੈ 2:3 ਧਿਆਨ ਰੱਖਿਓ ਪਹਿਲਾਂ ਚੌੜਾਈ ਦੇਖੀ ਜਾਂਦੀ ਹੈ ਚੌੜਾਈ ਕਿੰਨੀ ਹੈ 2 ਤੇ ਜੇ ਲੰਬਾਈ ਇਹਦੀ ਕਿੰਨੀ ਹੈ 3 ਇਹ ਧਿਆਨ ਰੱਖਣ 2:3 ਜਿਹੜੀਆਂ 24 ਤੀਲੀਆਂ ਇਹ ਕੀ ਦੱਸਦੀਆਂ 24 ਘੰਟਿਆਂ ਬਾਰੇ ਦੱਸਦੀਆਂ ਜੋ ਕੀ ਆ ਬਲੂ ਵੀਲ ਦੇ ਵਿੱਚ ਆ ਯਾਨੀ ਕਿ ਨੀਲੇ ਰੰਗ ਦੇ ਇੱਕ ਗੋਲੇ ਦੇ ਵਿੱਚ ਦਿੱਤੇ ਹੋਏ ਆ। ਉਸ ਤੋਂ ਬਾਅਦ ਜਿਹੜਾ ਨੈਸ਼ਨਲ ਫਲੈਗ ਆ ਇਹਦਾ ਜਿਹੜਾ ਡਿਜ਼ਾਈਨ ਹੈ ਇਹ ਅਡਾਪਟ ਕੀਤਾ ਗਿਆ ਸੀ ਕਿਤੋਂ ਅਬੈਕਸ ਸਾਰਨਾਥ ਜਿਹੜਾ ਲਾਈਨ ਆ ਸਾਰਨਾਥ ਪਿਲਰ ਕੈਪੀਟਲ ਅਸ਼ੋਕਾ ਦੀ ਸੀ ਉੱਥੋਂ ਜਿਹੜਾ ਆਪਾਂ ਇਹ ਚੱਕਿਆ ਗਿਆ ਸੀ ਧਿਆਨ ਰੱਖਿਓ ਜਿਹੜਾ 24 ਤੀਲੀਆਂ ਦਾ ਕਨਸੈਪਟ ਆ ਗੋਲ ਚੱਕਰ ਆ ਇਹ ਆਪਾਂ ਨੈਸ਼ਨਲ ਕੈਪੀਟਲ ਸੀ ਕਿੰਦੀ ਅਸ਼ੋਕਾ ਦੀ ਸਾਰਨਾਥ ਉੱਥੋਂ ਚੱਕਿਆ ਗਿਆ ਠੀਕ ਹੈ ਜੀ। ਜਿਹਨੂੰ ਫਸਟ ਟਾਈਮ ਜਿਹਨੂੰ ਹੋਸਟ ਕਿਹਨੇ ਕੀਤਾ ਸੀ ਬਾਈ ਸੁਰਿੰਦਰਨਾਥ ਬੈਨਰਜੀ ਇਹ 1906 ਦੇ ਵਿੱਚ ਹੋਇਆ ਸੀ ਠੀਕ ਹੈ। ਬਟ 19 ਧਿਆਨ ਰੱਖਣਾ 1911 ਦੇ ਵਿੱਚ ਜਿਹੜਾ ਪਹਿਲੀ ਵਾਰ ਇਹ ਜਿਹੜਾ ਨੈਸ਼ਨਲ ਫਲੈਗ ਸੀ ਇਹਨੂੰ ਕੀ ਹੈ ਨੈਸ਼ਨਲ ਫਲੈਗ ਨੂੰ ਪਹਿਲੀ ਵਾਰ ਫਰਾਇਆ ਕਿੱਥੇ ਗਿਆ ਸੀ ਨੈਸ਼ਨਲ ਫਲੈਗ ਨੂੰ ਕਲਕੱਤਾ ਸੈਸ਼ਨ ਦੇ ਵਿੱਚ ਠੀਕ ਹੈ। ਕਲਕੱਤਾ ਸੈਸ਼ਨ ਦੇ ਵਿੱਚ ਪਹਿਲੀ ਵਾਰ ਜਿਹੜਾ ਫਰਾਇਆ ਗਿਆ ਸੀ ਇਹ ਪੁਆਇੰਟ ਤੁਸੀਂ ਸਾਰੇ ਨੋਟ ਕਰਕੇ ਰੱਖਣੇ। ਉਸ ਤੋਂ ਬਾਅਦ ਜਿਹੜਾ ਨੈਸ਼ਨਲ ਫਲੈਗ ਹੈ ਦੇਖੋ ਨੈਸ਼ਨਲ ਫਲੈਗ ਨੂੰ ਦਿਨ ਵੇਲੇ ਚੜਾਇਆ ਜਾਊਗਾ ਸ਼ਾਮ ਦੇ ਸ਼ਾਮੇ ਉਹਨੂੰ ਮੀਨਸ ਕਿ ਉਤਾਰ ਲਿਆ ਜਾਊਗਾ ਨੈਸ਼ਨਲ ਫਲੈਗ ਦੀ ਜਿਹੜੀ ਰਿਸਪੈਕਟ ਕਿਸ ਤਰੀਕੇ ਨਾਲ ਕਰਨੀ ਆ ਨੈਸ਼ਨਲ ਫਲੈਗ ਨੂੰ ਮੰਨ ਲਓ ਸਲਾਮੀ ਦੇਣੀ ਆ ਜੋ ਵੀ ਇੰਪੋਰਟੈਂਟ ਫੈਕਚੁਅਲ ਪੁਆਇੰਟ ਆ ਯਾਨੀ ਕਿ ਇਹਨੂੰ ਕੀ ਬੋਲਦੇ ਆ ਫਲੈਗ ਕੋਡ ਜਿਹੜਾ ਫਲੈਗ ਕੋਡ ਇੰਟਰੋਡਿਊਸ ਕਦੋਂ ਹੋਇਆ ਸੀ 2002 ਦੇ ਵਿੱਚ ਮੋਸਟ ਇੰਪੋਰਟੈਂਟ ਪੁਆਇੰਟ ਆ ਜੀ ਜਿਹੜਾ ਫਲੈਗ ਕੋਡ ਆ ਇਹ ਇੰਟਰੋਡਿਊਸ ਕਦੋਂ ਹੋਇਆ ਸੀ 2002 ਦੇ ਵਿੱਚ ਹੋਇਆ ਸੀ। ਹੁਣ ਤਿੰਨ ਰੰਗਾਂ ਦੇ ਬਾਰੇ ਗੱਲ ਕਰਦੇ ਹਾਂ ਦੇਖੋ ਜੀ ਜਿਹੜਾ ਸੈਫਰਨ ਰੰਗ ਆ ਇਹ ਆਪਾਂ ਨੂੰ ਦੱਸਦਾ ਕਿਹਦੇ ਬਾਰੇ ਸਟਰੈਂਥ ਬਾਰੇ ਕਿ ਆਪਣੇ ਵਿੱਚ ਆਪਣੀ ਤਾਕਤ ਬਾਰੇ ਦੱਸਦਾ ਤੇ ਦੇਸ਼ ਦੀ ਕੁਰਬਾਨੀ ਜਿਹੜੇ ਦਿੰਦੇ ਆ ਵੀ ਆਪਾਂ ਇੰਡੀਅਨ ਲੋਕ ਆ ਆਪਾਂ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਕੁਰਬਾਨੀ ਦੇਣ ਦੇ ਲਈ ਠੀਕ ਹੈ ਇਹ ਇਹਦੇ ਬਾਰੇ ਦੱਸਦਾ ਜੀ ਕਲੀਅਰ ਹੈ ਸਾਰੇ ਬੱਚਿਆਂ ਨੂੰ। ਉਸ ਤੋਂ ਬਾਅਦ ਇੰਪੋਰਟੈਂਟ ਗੱਲ ਕਰਦੇ ਜਿਹੜਾ ਵਿਚਕਾਰ ਜਿਹੜਾ ਵਾਈਟ ਕਲਰ ਆ ਧਿਆਨ ਰੱਖਿਓ ਵਾਈਟ ਕਲਰ ਆ ਇਹ ਸਟੈਂਡ ਕਰਦਾ ਜੀ ਟਰੁੱਥ ਨੂੰ ਤੇ ਉਸ ਤੋਂ ਬਾਅਦ ਪਿਓਰਿਟੀ ਤੇ ਪੀਸ ਜਿਹੜਾ ਸ਼ਾਂਤੀ ਦਾ ਪ੍ਰਤੀਕ ਕਿਹੜਾ ਜੀ ਧਿਆਨ ਰੱਖਿਓ ਸ਼ਾਂਤੀ ਦਾ ਪ੍ਰਤੀਕ ਕਿਹੜਾ ਚਿੱਟਾ ਰੰਗ ਆ ਠੀਕ ਹੈ। ਉਸ ਤੋਂ ਬਾਅਦ ਜਿਹੜਾ ਗ੍ਰੀਨ ਕਲਰ ਆ ਧਿਆਨ ਰੱਖਿਓ ਗ੍ਰੀਨ ਕਲਰ ਆ ਇਹ ਲਾਈਫ ਗਰੋਥ ਬਾਰੇ ਦੱਸਦਾ ਵੀ ਜਿਹੜੀ ਆਪਣੀ ਜਿਹੜੀ ਜ਼ਿੰਦਗੀ ਆ ਜੋ ਜੀਵਨ ਦਾ ਵਿਕਾਸ ਆ ਖੁਸ਼ਹਾਲੀ ਉਹਦੇ ਬਾਰੇ ਕਿਹੜਾ ਦੱਸਦਾ ਗ੍ਰੀਨ ਤੇ ਆਪਾਂ ਨੂੰ ਕਰੇਜ ਜਿਹਨੂੰ ਆਪਾਂ ਬੋਲ ਦਿੰਦੇ ਆ ਵੀ ਜਾਨੀ ਕਿ ਕੁਰਬਾਨੀ ਉਹ ਸੈਫਰਨ ਦੱਸਦਾ। ਇਹ ਤਿੰਨੇ ਦੇ ਤਿੰਨੇ ਰੰਗਾਂ ਦੀ ਡਿਸਕ੍ਰਿਪਸ਼ਨ ਹੈ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਵੀ ਕਿਹੜਾ ਰੰਗ ਕਿਹੜੀ ਚੀਜ਼ ਨੂੰ ਡਿਨੋਟ ਕਰਦਾ ਠੀਕ ਹੈ ਜੀ। ਚਲੋ ਵੈਰੀ ਗੁੱਡ ਨੈਕਸਟ ਗੱਲ ਕਰਦੇ ਆ ਧਿਆਨ ਰੱਖਿਓ ਨੈਕਸਟ ਗੱਲ ਕਰਦੇ ਆ ਦੇਖੋ ਦੇਸ਼ ਦਾ ਕਹਿੰਦੇ ਨੈਸ਼ਨਲ ਐਨੀਮਲ ਕਿਹੜਾ ਤਾਂ ਧਿਆਨ ਰੱਖਿਓ ਜਿਹੜਾ ਆਪਣੇ ਦੇਸ਼ ਆ ਰਾਸ਼ਟਰੀ ਪਸ਼ੂ ਆ ਜਿਹੜਾ ਇਹਨੂੰ ਕੀ ਬੋਲਿਆ ਜਾਂਦਾ ਜੀ ਟਾਈਗਰ ਧਿਆਨ ਰੱਖਿਓ ਦੇਸ਼ ਦਾ ਜਿਹੜਾ ਨੈਸ਼ਨਲ ਐਨੀਮਲ ਇਹ ਕੀ ਆ ਜੀ ਟਾਈਗਰ ਧਿਆਨ ਰੱਖਿਓ ਟਾਈਗਰ ਆ ਦੇਸ਼ ਦਾ ਨੈਸ਼ਨਲ ਐਨੀਮਲ ਜੇ ਪੁੱਛ ਲਏ ਕਿ ਪੰਜਾਬ ਦਾ ਜਿਹੜਾ ਨੈਸ਼ਨਲ ਰਾਸ਼ਟਰੀ ਸਟੇਟ ਐਨੀਮਲ ਕਿਹੜਾ ਤਾਂ ਧਿਆਨ ਰੱਖਿਓ ਇਹ ਵੀ ਤੁਸੀਂ ਯਾਦ ਰੱਖਣਾ ਕਾਲਾ ਹਿਰਨ ਇਹ ਸਟੇਟ ਦਾ ਜਿਹੜਾ ਪੰਜਾਬ ਦਾ ਨੈਸ਼ਨਲ ਐਨੀਮਲ ਆ ਇੰਗਲਿਸ਼ ਚ ਬੋਲ ਦਿੰਦੇ ਆ ਜਿਹਨੂੰ ਬਲੈਕ ਬਕ ਜਿਹੜਾ ਬਲੈਕ ਬਕ ਆ ਇਹ ਅਬੋਹਰ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਪਾਇਆ ਜਾਂਦਾ ਇੱਕੋ ਇੱਕ ਵਾਈਲਡ ਲਾਈਫ ਸੈਂਚੁਰੀ ਆ ਪੰਜਾਬ ਦੀ ਜਿੱਥੇ ਅਬੋਹਰ ਵਾਈਲਡ ਲਾਈਫ ਸੈਂਚੁਰੀ ਚ ਪਾਇਆ ਜਾਂਦਾ। ਗੱਲ ਕਰਦੇ ਆ ਨੈਸ਼ਨਲ ਐਨੀਮਲ ਟਾਈਗਰ ਦੀ ਜਿਹੜਾ ਟਾਈਗਰ ਆ ਇਹਨੂੰ ਆਇਡੈਂਟੀਫਾਈ ਕੀਤਾ ਗਿਆ ਸੀਗਾ 2010 ਦੇ ਵਿੱਚ ਇਹ ਤੁਸੀਂ ਪੁਆਇੰਟ ਧਿਆਨ ਰੱਖਣੇ ਆ ਠੀਕ ਹੈ 2010 ਦੇ ਵਿੱਚ ਇਹਨੂੰ ਆਇਡੈਂਟੀਫਾਈ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਹੋਰ ਇੰਪੋਰਟੈਂਟ ਗੱਲ ਕਰਦੇ ਆ ਜਿਹੜਾ ਟਾਈਗਰ ਧਿਆਨ ਰੱਖਿਓ ਜਿਹੜਾ ਰਾਇਲ ਬੰਗਾਲ ਟਾਈਗਰ ਆ ਇਹ ਜਿਹਦਾ ਸਾਇੰਟਿਫਿਕ ਨੇਮ ਕੀ ਆ ਪੈਂਥਰਾ ਟਾਈਗਰ ਰਾਇਲ ਬੰਗਾਲ ਟਾਈਗਰ ਦਾ ਦੂਜਾ ਨਾਮ ਕੀ ਆ ਧਿਆਨ ਰੱਖਣਾ ਪੈਂਥਰਾ ਟਾਈਗਰ ਇਹਦਾ ਸਾਇੰਟਿਫਿਕ ਨੇਮ ਆ ਠੀਕ ਹੈ। ਚਲੋ ਹੋਰ ਇੰਪੋਰਟੈਂਟ ਕਹਿੰਦੇ ਜਿਹੜਾ ਟਾਈਗਰ ਡੇ ਆ ਉਹਨੂੰ ਕਦੋਂ ਮਨਾਇਆ ਜਾਂਦਾ ਜੀ 29 ਜੁਲਾਈ ਨੂੰ ਮਨਾਇਆ ਜਾਂਦਾ। ਜਿਹੜਾ ਪ੍ਰੋਜੈਕਟ ਟਾਈਗਰ ਆ ਇਹ ਸਟਾਰਟ ਕਦੋਂ ਹੋਇਆ ਸੀ 1973 ਦੇ ਵਿੱਚ ਸਟਾਰਟ ਹੋਇਆ ਸੀ। ਇਸ ਟਾਈਮ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਨੰਬਰ ਤੇ ਕੀ ਆ ਟਾਈਗਰ ਆ
ਹੋਰ ਇੰਪੋਰਟੈਂਟ ਗੱਲ ਕਰ ਦਿੰਦੇ ਆ ਟਾਈਗਰ ਬਾਰੇ। ਜਿਹੜਾ ਟਾਈਗਰ ਦਾ ਜਿਹੜਾ ਸੈਂਸਸ ਹੁੰਦਾ ਇਹ ਹਰੇਕ 4 ਸਾਲ ਬਾਅਦ ਕੰਡਕਟ ਕੀਤਾ ਜਾਂਦਾ। ਠੀਕ ਹੈ ਜੀ, ਟਾਈਗਰ ਸੈਂਸਸ ਜਿਹੜਾ ਹਰੇਕ 4 ਸਾਲ ਬਾਅਦ ਕੰਡਕਟ ਕੀਤਾ ਜਾਂਦਾ। ਸਾਰੇ ਇੰਪੋਰਟੈਂਟ ਫੈਕਚੁਅਲ ਪੁਆਇੰਟ ਆ, ਕਿਤੋਂ ਵੀ ਇੰਨੇ ਇੱਕ ਕੁਐਸਚਨ ਦੇ ਵਿੱਚ ਨਹੀਂ ਮਿਲਣਗੇ ਯਾਰ। ਠੀਕ ਹੈ, ਤਾਂ ਕਰਕੇ ਤਾਂ ਹੀ ਕਹਿਣਾ ਚੈਨਲ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਘੰਟੀਆਂ ਵਜਾ ਦਿਓ। ਮੈਂ ਵਾਰੀ ਨਹੀਂ ਕਹਿੰਦਾ ਹੁੰਦਾ। ਚਲੋ ਨੈਕਸਟ ਪੁਆਇੰਟ ਤੇ ਚੱਲਦੇ ਹਾਂ। ਆ ਜਾਓ ਅੱਗੇ ਆ ਜਾਓ। ਦੇਖੋ ਦੇਸ਼ ਦਾ ਜਿਹੜਾ ਨੈਸ਼ਨਲ ਮੋਟੋ ਕੀ ਆ ਜੀ, ਸਤਮੇ ਜੈਤੇ। ਜਿਹੜਾ ਸਤਮੇ ਜੈਤੇ ਆ ਇਹਨੂੰ ਕਿੱਥੋਂ ਲਿਆ ਗਿਆ, ਮੰਡੂਕਾ ਉਪਨਿਸ਼ਦ ਵਿੱਚੋਂ ਲਿਆ ਗਿਆ। ਠੀਕ ਹੈ, ਮੰਡੂਕਾ ਉਪਨਿਸ਼ਦ ਵਿੱਚੋਂ ਲਿਆ ਗਿਆ ਤੇ ਇਹ ਪਾਲੀ ਭਾਸ਼ਾ ਦਾ ਸ਼ਬਦ ਆ, ਇਹ ਸਾਰਿਆਂ ਨੇ ਯਾਦ ਰੱਖਣੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਨੈਸ਼ਨਲ ਐਂਥਮ ਸਾਰਿਆਂ ਨੂੰ ਪਤਾ ਜੀ, ਜਨ ਗਣ ਮਨ, ਜਿਹਨੂੰ ਲਿਖਿਆ ਕਹਿੰਦੇ ਕਿੰਨੇ ਦੁਆਰਾ ਗਿਆ ਸੀ, ਰਵਿੰਦਰਨਾਥ ਟੈਗੋਰ ਜੀ ਦੁਆਰਾ ਲਿਖਿਆ ਗਿਆ ਜੀ। ਜਿਹੜੇ ਰਵਿੰਦਰਨਾਥ ਟੈਗੋਰ ਜੀ ਸੀ, ਇਹਨਾਂ ਨੂੰ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਅਵਾਰਡ ਮਿਲਿਆ ਸੀ, ਜਿਹਨੂੰ ਆਪਾਂ ਲਿਟਰੇਚਰ ਦੇ ਵਿੱਚ ਆਪਾਂ ਬੋਲਦੇ ਹਾਂ ਨੋਬਲ ਪ੍ਰਾਈਜ਼, 1913 ਦੇ ਵਿੱਚ ਮਿਲਿਆ। ਕਹਿੰਦੇ ਜਿਹੜਾ ਨੈਸ਼ਨਲ ਸੌਂਗ ਆ ਸਭ ਤੋਂ ਪਹਿਲੀ ਵਾਰ ਗਾਇਆ ਕਦੋਂ ਗਿਆ ਸੀਗਾ, 1911 ਸੈਸ਼ਨ ਕਲਕੱਤਾ ਸੈਸ਼ਨ ਦੇ ਵਿੱਚ ਗਿਆ ਗਿਆ ਸੀ। ਜਿਹੜਾ ਇਹ ਸੈਸ਼ਨ ਸੀਗਾ, ਇਹ ਜਿਹੜਾ ਸੌਂਗ ਆ ਆਪਣਾ ਕਿੰਨੇ ਸੈਕਿੰਡ ਦਾ ਹੁੰਦਾ, 52 ਸੈਕਿੰਡ ਦਾ। ਇਹ ਪੁਆਇੰਟ ਤੁਸੀਂ ਧਿਆਨ ਰੱਖਣਾ। ਉਸ ਤੋਂ ਬਾਅਦ ਉਸ ਸਮੇਂ ਜਦੋਂ ਕਾਂਗਰਸ ਦੇ ਵਿੱਚ ਇਹ ਪਹਿਲੀ ਵਾਰ ਗਾਇਆ ਗਿਆ ਸੀਗਾ, ਉਸ ਸਮੇਂ ਪ੍ਰਧਾਨ ਸੀਗੇ BN ਧਰਜੀ। ਇਹ ਵੀ ਮੋਸਟ ਇੰਪੋਰਟੈਂਟ ਪੁਆਇੰਟ ਆ। 1911 ਦੇ ਵਿੱਚ ਜਦੋਂ ਕੀ ਆ ਗ੍ਰੈਂਡ ਦਿੱਲੀ ਦਰਬਾਰ ਲੱਗਿਆ ਸੀ। ਉਸ ਤੋਂ ਬਾਅਦ ਇਹ ਅਡਾਪਟ ਕਦੋਂ ਕੀਤਾ ਗਿਆ, 24 ਜਨਵਰੀ 1950। 24 ਜਨਵਰੀ 1950 ਨੂੰ ਹੀ ਆਪਣਾ ਜਿਹੜਾ ਨੈਸ਼ਨਲ ਸੌਂਗ ਆ, ਜਿਹਨੂੰ ਆਪਾਂ ਬੋਲਦੇ ਆ ਬੰਦੇ ਮਾਤਰਮ, ਜਿਹਨੂੰ ਲਿਖਿਆ ਗਿਆ ਬੰਕਿਮ ਚੰਦਰ ਚੈਟਰਜੀ ਦੁਆਰਾ। ਠੀਕ ਹੈ, ਬੰਕਿਮ ਚੰਦਰ ਚੈਟਰਜੀ ਦੁਆਰਾ ਲਿਖਿਆ ਗਿਆ ਤੇ ਇਹ 65 ਸੈਕਿੰਡ ਦਾ ਹੁੰਦਾ ਹੈ, 65 ਸੈਕਿੰਡ ਦਾ ਹੁੰਦਾ ਹੈ, ਜੋ ਕਿ ਸਭ ਤੋਂ ਪਹਿਲੀ ਵਾਰ ਗਾਇਆ ਗਿਆ ਸੀ ਕਲਕੱਤਾ ਸੈਸ਼ਨ ਦੇ ਵਿੱਚ 1896। ਇਹ ਦੋਨੇ ਪੁਆਇੰਟ ਧਿਆਨ ਰੱਖਣੇ, ਦੋਨੇ ਕਲਕੱਤਾ ਸੈਸ਼ਨ 'ਚ ਗਾਏ ਗਏ ਸੀਗੇ। ਜਿਹੜਾ ਪਹਿਲਾ ਸੀ ਉਹ 1911 ਦੇ ਵਿੱਚ ਗਾਇਆ ਗਿਆ ਸੀ, ਜਨ ਗਣ ਮਨ। ਤੇ ਜੇ ਗੱਲ ਕਰਦੇ ਆ ਵੰਦੇ ਮਾਤਰਮ ਦੀ, ਵੰਦੇ ਮਾਤਰਮ ਆ ਜਿਹੜਾ ਉਹ ਨੈਸ਼ਨਲ ਸੌਂਗ ਆ, ਉਹ 1896 ਵਾਲੇ ਸੈਸ਼ਨ ਦੇ ਵਿੱਚ ਗਾਇਆ ਗਿਆ ਸੀ। ਇਹ ਸਾਰੇ ਇੰਪੋਰਟੈਂਟ ਫੈਕਚੁਅਲ ਪੁਆਇੰਟ ਆ ਤੇ ਤੁਸੀਂ ਨੋਟ ਕਰਕੇ ਰੱਖਣੇ ਆ। ਕਲੀਅਰ ਆ, ਬਹੁਤ ਅੱਛੇ ਬਹੁਤ ਅੱਛੇ। ਨੈਕਸਟ ਪੁਆਇੰਟ ਦੀ ਗੱਲ ਕਰਦੇ ਆ ਜੀ। ਨੈਕਸਟ ਪੁਆਇੰਟ ਕਹਿੰਦੇ ਜਿਹੜਾ ਬੰਦੇ ਮਾਤਰਮ ਆ, ਇਹਨੂੰ ਟ੍ਰਾਂਸਲੇਸ਼ਨ ਕੀਤੀ ਗਈ ਸੀ ਇੰਗਲਿਸ਼ ਦੇ ਵਿੱਚ ਕਿਹਦੇ ਦੁਆਰਾ, ਅਰਬਿੰਦੋ ਘੋਸ਼ ਦੁਆਰਾ। ਅਰਬਿੰਦੋ ਘੋਸ਼ ਜੀ ਸੀਗੇ, ਇਹਨਾਂ ਦੁਆਰਾ ਕੀ ਆ, ਕ੍ਰਾਂਤੀਕਾਰੀ ਸੀ, ਇਹਨਾਂ ਦੁਆਰਾ ਟ੍ਰਾਂਸਲੇਸ਼ਨ ਕੀਤੀ ਗਈ ਸੀ। ਜਿਹੜਾ ਇਹ ਨੈਸ਼ਨਲ ਸੌਂਗ ਆ, ਇਹਨੂੰ ਕਿਤਾਬ ਕਿਹੜੀ ਵਿੱਚੋਂ ਲਿਆ ਗਿਆ, ਆਨੰਦ ਮਠ। ਦੇਖੋ ਆਨੰਦ ਮਠ ਬੁੱਕ ਆ ਜਿਹੜੀ, ਇਹ ਇੱਕ ਰਿਵੋਲਟ ਨਾਲ ਰਿਲੇਟ ਕਰਦੀ ਆ, ਧਿਆਨ ਰੱਖਿਓ। ਇਹ ਆ ਜੀ ਸੰਨਿਆਸੀ ਰਿਵੋਲਟ। ਦੇਖੋ ਸੰਨਿਆਸੀ ਰਿਵੋਲਟ ਬਾਰੇ ਗੱਲ ਕਰਦੇ ਆ। ਸੰਨਿਆਸੀ ਰਿਵੋਲਟ ਦੇ ਫੇਮਸ 4 ਬੰਦੇ ਸੀਗੇ, ਸਿੱਧੂ, ਕਾਨੂੰ, ਠੀਕ ਹੈ, ਸਿੱਧੂ, ਕਾਨੂੰ ਤੇ ਵੀਰੂ। ਇਹ 4 ਪਰਸਨ ਸੀਗੇ। ਠੀਕ ਹੈ, ਸਿੱਧੂ, ਕਾਨੂੰ ਤੇ 4 ਇਹ ਮੋਸਟ ਇੰਪੋਰਟੈਂਟ ਪਰਸਨ ਸੀਗੇ, ਇਹ ਜਿਹੜੇ ਇਹਨਾਂ ਨੇ ਸੰਨਿਆਸੀ ਰਿਵੋਲਟ ਦੀ ਸ਼ੁਰੂ ਕੀਤੀ ਸੀ। ਠੀਕ ਹੈ ਜੀ, ਇਹ ਸਾਰੇ ਇੰਪੋਰਟੈਂਟ ਫੈਕਚੁਅਲ ਪੁਆਇੰਟ ਆ, ਨੋਟ ਕਰਕੇ ਰੱਖਿਆ ਕਰੋ। ਅਗਲਾ ਪ੍ਰਸ਼ਨ ਚੱਲਦੇ ਆ। ਕਹਿੰਦੇ ਜੀ ਭਾਰਤ ਦਾ ਜਿਹੜਾ ਰਾਸ਼ਟਰੀ ਵਿਰਾਸਤੀ ਜਾਨਵਰ ਕਿਹੜਾ। ਦੇਖੋ ਵਿਰਾਸਤੀ ਜਾਨਵਰ ਨੈਸ਼ਨਲ ਹੈਰੀਟੇਜ ਐਨੀਮਲ ਦੀ ਗੱਲ ਕਰਦੇ ਆ। ਦੇਖੋ ਜਿਹੜਾ ਨੈਸ਼ਨਲ ਹੈਰੀਟੇਜ ਐਨੀਮਲ ਆ ਇੰਡੀਆ ਦਾ, ਉਹ ਕਿਹੜਾ ਜੀ, ਇਹਨੂੰ ਮੰਨਿਆ ਜਾਂਦਾ ਐਲੀਫੈਂਟ ਨੂੰ। ਠੀਕ ਹੈ, ਐਲੀਫੈਂਟ ਕੀ ਹੈ, ਜਿਹੜਾ ਆਪਣਾ ਨੈਸ਼ਨਲ ਵਿਰਾਸਤੀ ਐਨੀਮਲ ਆ। ਨੈਸ਼ਨਲ ਐਲੀਫੈਂਟ ਬਾਰੇ ਗੱਲ ਕਰ ਲੈਂਦੇ ਆ। ਐਲੀਫੈਂਟ ਆ ਜਿਹੜਾ, ਐਲੀਫੈਂਟ ਡੇ ਕਦੋਂ ਹੁੰਦਾ ਜੀ, 12 ਅਗਸਤ ਨੂੰ ਹੁੰਦਾ। ਧਿਆਨ ਰੱਖਿਓ, ਜਿਹੜਾ ਐਲੀਫੈਂਟ ਡੇ ਇਹ ਕਦੋਂ ਹੁੰਦਾ, ਹਰੇਕ ਸਾਲ 12 ਅਗਸਤ ਨੂੰ ਐਲੀਫੈਂਟ ਡੇ ਮਨਾਇਆ ਜਾਂਦਾ। ਉਸ ਤੋਂ ਬਾਅਦ ਜਿਹੜਾ ਪ੍ਰੋਜੈਕਟ ਐਲੀਫੈਂਟ ਆ, ਪ੍ਰੋਜੈਕਟ ਐਲੀਫੈਂਟ ਆ, ਇਹਦੀ ਜਿਹੜੀ ਸਟਾਰਟਿੰਗ ਕੀਤੀ ਗਈ ਸੀ, ਕਦੋਂ ਕੀਤੀ ਗਈ ਸੀ, ਮੋਸਟ ਇੰਪੋਰਟੈਂਟ ਧਿਆਨ ਰੱਖਣਾ। ਪ੍ਰੋਜੈਕਟ ਐਲੀਫੈਂਟ 2010 ਦੇ ਵਿੱਚ ਸਟਾਰਟ ਕੀਤਾ ਗਿਆ ਸੀ। ਸੌਰੀ, ਇਹ ਕੀਤਾ ਗਿਆ ਸੀ 1992 ਦੇ ਵਿੱਚ। ਤੇ 2010 ਦੇ ਵਿੱਚ ਕੀ ਹੋਇਆ ਸੀ, 2010 ਦੇ ਵਿੱਚ ਇਹਨੂੰ ਡਿਕਲੇਅਰ ਕੀਤਾ ਗਿਆ ਸੀ ਨੈਸ਼ਨਲ ਐਨੀਮਲ। ਠੀਕ ਹੈ, ਸੌਰੀ ਰਾਸ਼ਟਰੀ ਐਨੀਮਲ, ਵਿਰਾਸਤੀ ਐਨੀਮਲ। ਇਹ ਤੁਸੀਂ ਧਿਆਨ ਰੱਖਣੇ, ਸਾਰੇ ਇੰਪੋਰਟੈਂਟ ਪੁਆਇੰਟ ਆ। 12 ਅਗਸਤ ਨੂੰ ਐਲੀਫੈਂਟ ਡੇ ਹੁੰਦਾ। ਪ੍ਰੋਜੈਕਟ ਟਾਈਗਰ ਆ ਜਿਹੜਾ 1992 ਵਿੱਚ ਸਟਾਰਟ ਹੋਇਆ ਸੀ ਤੇ 2010 ਦੇ ਵਿੱਚ ਕੀ ਹੋਇਆ ਸੀ, ਨੈਸ਼ਨਲ ਹੈਰੀਟੇਜ ਐਨੀਮਲ ਉਹ ਐਲੀਫੈਂਟ ਨੂੰ ਡਿਕਲੇਅਰ ਕੀਤਾ ਗਿਆ ਸੀ। ਇਹ ਸਾਰੇ ਇੰਪੋਰਟੈਂਟ ਪੁਆਇੰਟ ਨੋਟ ਕਰਕੇ ਰੱਖਿਓ। ਮੋਸਟ ਇੰਪੋਰਟੈਂਟ ਗੱਲ ਕਰਦੇ ਆ। ਦੇਖੋ ਰੁਪਈਏ ਦੀ ਗੱਲ ਕਰਦੇ, ਜਿਹੜਾ ਰੁਪਈਏ ਦਾ ਸਾਈਨ ਆ ਜਿਹੜਾ, ਇਹ ਗਵਰਨਮੈਂਟ ਆਫ ਇੰਡੀਆ ਨੇ ਕਹਿੰਦੇ ਜੀ ਕਿਹੜੇ ਸਾਲ ਆ ਜਿਹੜਾ ਇਹ ਚੁਣਿਆ ਗਿਆ ਸੀ। ਧਿਆਨ ਰੱਖਿਓ, ਜਿਹੜਾ ਰੁਪਏ ਦਾ ਸਾਈਨ ਆ ਜਿਹੜਾ, ਇਹ ਸਭ ਤੋਂ ਪਹਿਲੀ ਵਾਰ ਜਿਹੜਾ ਡਿਕਲੇਅਰ ਕੀਤਾ ਗਿਆ ਸੀ ਗਵਰਨਮੈਂਟ ਆਫ ਇੰਡੀਆ ਦੁਆਰਾ 2010 ਦੇ ਵਿੱਚ। 2010 ਦੇ ਵਿੱਚ ਇਸ ਜਿਹੜਾ ਰੁਪਈਆ, ਇਹਦਾ ਡਿਜ਼ਾਈਨਰ ਕਿੰਨੇ ਕੌਣ ਸੀਗੇ, ਤਾਂ ਧਿਆਨ ਰੱਖਣਾ ਉਦੈ ਕੁਮਾਰ ਜੀ ਦੇ ਡਿਜ਼ਾਈਨਰ ਸੀ, ਜੋ ਕਿ IIT ਤੋਂ ਕੀ ਆ, ਪੋਸਟ ਗ੍ਰੈਜੂਏਟ ਆ। ਠੀਕ ਹੈ ਜੀ, ਉਸ ਤੋਂ ਬਾਅਦ 15 ਜੁਲਾਈ 2010 ਨੂੰ ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਦੁਆਰਾ ਕੀ ਆ, ਇਸ ਜਿਹੜਾ ਰੁਪਈਏ ਦੇ ਸਾਈਨ ਆ, ਚਿੰਨ੍ਹ ਆ, ਇਹਨੂੰ ਕੀ ਆ, ਅਡਾਪਟ ਕਰ ਲਿਆ ਗਿਆ ਸੀ। ਹੋਰ ਮੋਸਟ ਇੰਪੋਰਟੈਂਟ ਦੀ ਗੱਲ ਕਰਦੇ ਆ, ਜਿਹੜੇ ਨਹੀਂ ਹੋ ਰਹੇ ਆਪਣੇ। ਨੈਸ਼ਨਲ ਫਲੈਗ ਦੀ ਗੱਲ ਕਰਦੇ ਆ, ਟਰਾਈ ਕਲਰ ਆ, ਇਹਨੂੰ ਤੁਸੀਂ ਧਿਆਨ ਰੱਖਿਓ। 22 ਜੁਲਾਈ 1947 ਨੂੰ ਕੀ ਆ, ਆਪਾਂ ਪਹਿਲੀ ਵਾਰ ਇਹਨੂੰ ਅਡਾਪਟ ਕੀਤਾ ਗਿਆ ਸੀ। ਮੋਸਟ ਇੰਪੋਰਟੈਂਟ ਬਰਡ ਦੀ ਗੱਲ ਕਰਦੇ ਆ, ਇੱਕ ਕੀ ਆ ਜੀ, ਪੀਕੌਕ, ਆਪਣਾ ਰਾਸ਼ਟਰੀ ਐਨੀਮਲ। ਇਹਦਾ ਸਾਇੰਟਿਫਿਕ ਨਾਮ ਆ ਜੀ ਪਾਵੋਸਾਰਟ੍ਰਿਸ।
ਪਾਵੋਸਾਈਟਰਸ। ਉਸ ਤੋਂ ਬਾਅਦ ਲੋਟਸ ਕੀ ਹੈ ਜੀ, ਜਿਹੜਾ ਕਮਲ ਦਾ ਫੁੱਲ ਆ ਆਪਣਾ ਕੀ ਹੈ, ਦੇਸ਼ ਦਾ ਨੈਸ਼ਨਲ ਫਲਾਵਰ ਆ। ਟਰੀ ਦੀ ਗੱਲ ਕਰੀਏ, ਬਨੀਅਨ ਦਾ, ਜਿਹਨੂੰ ਬਰਗਰ ਦਾ ਦਰਖਤ ਬੋਲਦੇ ਨੇ, ਬੋੜ, ਠੀਕ ਹੈ, ਇਹ ਧਿਆਨ ਰੱਖਿਓ ਆਪਣਾ ਨੈਸ਼ਨਲ ਐਨੀਮਲ। ਨੈਸ਼ਨਲ ਐਂਥਮ ਦੀ ਗੱਲ ਕਰਦੇ ਆ, ਐਂਥਮ ਕੀ ਹੈ ਜੀ, ਜਿਹੜਾ ਆਪਣਾ ਜਨ ਗਣ ਮਨ ਆ, ਇਹ ਜਿਹੜਾ ਪਹਿਲੀ ਵਾਰ ਗਾਇਆ ਗਿਆ ਸੀ 1911 ਸੈਸ਼ਨ ਦੇ ਵਿੱਚ। ਤੇ ਸਭ ਤੋਂ ਪਹਿਲਾਂ ਇਹਦੇ ਵਿਚਕਾਰ ਜਿਹੜਾ 24 ਅਸ਼ੋਕ ਤੱਕਰ ਆ, ਇਹਦੇ ਵਿੱਚ ਇਸ ਤੋਂ ਪਹਿਲਾਂ ਕੀ ਹੁੰਦਾ ਸੀ, ਚਰਖੇ ਨਿਸ਼ਾਨ ਹੁੰਦਾ ਸੀ, ਇਹ ਵੀ ਧਿਆਨ ਰੱਖਣਾ। ਨੈਸ਼ਨਲ ਰਿਵਰ ਆ ਜਿਹੜੀ, ਇਹ ਗੰਗਾ ਰਿਵਰ ਡੋਲਫਿਨ, ਗੰਗਾ, ਤੇ ਇਕੁਐਟਿਕ ਵਾਲਾ ਐਨੀਮਲ ਗੰਗਾ ਰਿਵਰ ਡੋਲਫਿਨ ਹੈ, ਠੀਕ ਹੈ ਜੀ। ਇਹ ਲਿਵਿੰਗ ਐਂਟੀਟੀ ਦਾ ਦਰਜਾ ਇਹਨੂੰ 2017 ਦੇ ਵਿੱਚ ਦਿੱਤਾ ਗਿਆ ਸੀ, ਵੀ ਜੇਕਰ ਕੋਈ ਗੰਗਾ ਨਦੀ ਨੂੰ क्षति पहुंचाने की कोशिश करता, नुकसान पहुंचाने की कोशिश करता, उनके ते की आ केस भी दर्ज किया जा सकता है। नैशनल एंबलम किहड़ा जी, नैशनल एंबलम किहड़ा अपना अशोका दे जिहड़े सारनाथ पिलर तो लिया गया, जिंदे पर की आ 4 शेर आ, कुल एनीमल 7 आ। ध्यान रखियो कुल एनीमल किन्ने 7 आ, 4 शेर आ, एक एलीफेंट आ, एक हॉर्स आ, ते एक की आ बुल आ। ये सारे तुसीं ध्यान रखना, एक एलीफेंट, एक हॉर्स, एक बुल ते 4 शेर, ये तुसीं ध्यान रखने आ। नैशनल सॉन्ग किहड़ा जी, वंदे मातरम, जिन्होंने फेमस बुक आनंद मठ विचों लिया गया। फ्रूट आ जी मैंगो, जिसका साइंटिफिक नेम आ मैंगीफेरा इंडिका, मैंगीफेरा इंडिका, ये तुसीं ध्यान रखना। नैक्सट इक्वेटिक पानी वाला एनीमल किहड़ा जी, इंडस रिवर डॉल्फिन, इक्वेटिक एनीमल अपना। उस बाद नैशनल एनीमल की गल करिए, नैशनल जिहड़ा एनीमल आ, ये ध्यान रखना अपना किहड़ा टाइगर, ठीक है, टाइगर ध्यान रखना इंपॉर्टेंट मोस्ट। फ्लावर कमल का हो चुका जी। नैशनल एंथम अपना जनगण मन। फ्रूट किहड़ा जी अपना मैंगो है जी। सॉन्ग वंदे मातरम है, ये सारे आप देखे। मोटो याद रखियो, अपना मोटो की है, सत्यमेव जयते, जिन्हों आप मंडूका उपनिषद विचों लिया गया, ठीक है जी, मंडूका उपनिषद विचों लिया गया, जो कि एक पाली भाषा का वर्ड आ। ये सारे इंपॉर्टेंट पॉइंट ध्यान रखने हैं। नैशनल एक्वेटिक एनीमल पानी वाला इंडस रिवर डॉल्फिन बोलते हैं, सॉरी गंगा रिवर डॉल्फिन बोलते, ठीक है। उस बाद जे पंजाब की गल करिए, पंजाब का किहड़ा, ध्यान रखियो इंडस रिवर डॉल्फिन बोलते हैं, ठीक है, इंडस रिवर डॉल्फिन, ये पानी वाला पंजाब का। उस बाद ट्री की गल करिए, ट्री किहड़ा जी, बनियन का, जो पंजाब इनू इहदा साइंटिफिक नेम आ फिकस बेंगलिस। ते उस तो बाद पंजाब की गल करिए, पंजाब का हैगा टाली, जिन्हों आप बोलते हैं शीशम। ये सारे नैशनल एनीमल आ, ठीक है, नैशनल। उस तो बाद आ मोस्ट इंपॉर्टेंट क्वेश्चन है जी, ये थोड़े वास्ते आ, पंजाब का जिहड़ा नैशनल हैरीटेज एनीमल आ, जिहड़ा ये विरासती एनीमल, ये किनू डिक्लेयर किया गया, ठीक है। बाकी रही गल PDF की, जिन्होंने बच्चों ने हजे तक टैलीग्राम चैनल में ज्वाइन नहीं किया, नीचे मैं डिस्क्रिप्शन बॉबी सर जी ऐसा ये की है, मैं थोनू लिंक दिता होया, ठीक है, डिस्क्रिप्शन चैक कर लो जी। तो उस तो मोस्ट इंपॉर्टेंट गल है, जिन्होंने बच्चों ने हजे तक चैनल को लाइक नहीं किया, सबसक्राइब नहीं किया, तो घंटियां नहीं बजाइया, उन्होंने वास्ते माड़ी गल है, क्योंकि इंपॉर्टेंट टॉपिक इस तरीके अपने स्टैटिक जीके के आते रहने, ठीक है। बस तुम लाइक करना, सबसक्राइब करना, तो घंटियां बजानिया, ये काम कदे भी नहीं भूलना होना, ठीक है। थैंक यू सो मच, हैव अ नाइस डे, गुड नाइट, टेक केयर।